ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ-ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ ਸੇ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने लिए मौजूद ने मसूद मल्ली जी। मसूद जी है बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 6 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ 7 ਮਾਰਚ 2026 ਦਾ ਦਿਨ ਪਾਕਿਸਤਾਨ 'ਚ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਜਿਹੜੀਆਂ ਪਿਛਲੇ 24 ਘੰਟਿਆਂ 'ਚ ਵਾਪਰੀਆਂ ਉਹਨਾਂ ਦਾ ਇਹ ਬੁਲਟਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੇ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਹੋ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ जी 408 272 5200 408 272 5200। ਮਸੂਦ ਬਾਦ ਨੇ ਖਬਰਾਂ ਹਲੇ ਪਾਕਿਸਤਾਨ ਚ IMF ਦੇ ਕਹਿਣ ਤੇ ਪੈਟਰੋਲ ਡੀਜ਼ਲ ਦਾ ਮੁੱਲ ਅਚਾਨਕ ਵਧਾ ਦਿੱਤਾ ਗਿਆ ਹੈ। ਪ੍ਰਾਈਮ ਮਿਨਿਸਟਰ ਨੇ ਤੇ ਜ਼ਖੀਰਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ। ਇਹ ਕੀ ਬਣਿਆ ਜੀ ਇਹ ਕਿ IMF ਨੇ ਇਹ ਆਖਿਆ ਕਿ ਪਾਕਿਸਤਾਨ 'ਚ ਪੈਟਰੋਲ ਡੀਜ਼ਲ ਦੇ ਉੱਤੇ ਸਰਕਾਰ ਜਿਹੜੀ ਸਬਸਿਡੀ ਛੁੱਟ ਜਿਹੜੀ ਦੇ ਰਹੀ ਹੈ ਰਿਆਇਤ ਦੇ ਰਹੀ ਹੈ ਇਹਨੂੰ ਫੌਰੀ ਤੌਰ ਤੇ ਮੁਕਾਇਆ ਜਾਏ ਔਰ ਤੇਲ ਦਾ ਜਿਹੜਾ ਇੱਕ ਇੰਟਰਨੈਸ਼ਨਲ ਰੇਟ ਹੈ ਆਮ ਬੰਦੇ ਨੂੰ ਉਹਦੇ ਮੁਤਾਬਕ ਹੀ ਦਿੱਤਾ ਜਾਏ। ਹੁਣ ਪਾਕਿਸਤਾਨ ਜ਼ਾਹਰ ਹੈ ਕਿ ਆਪ ਤੇ ਤੇਲ ਕੱਢਦਾ ਨਹੀਂ ਗਿਆ ਕਿ ਉਹਦਾ ਕੋਈ ਫਾਇਦਾ ਆਮ ਲੋਕਾਂ ਨੂੰ ਹੋਵੇ ਤੇ ਜਿਹੜਾ ਕੱਢਦੇ ਨੇ ਉਹ ਉਦਾਂ ਲੋੜਾਂ ਦੇ ਵਿੱਚ ਖਪਤ ਹੋ ਜਾਂਦਾ ਆ। ਇਸ ਕਰਕੇ ਇਹ ਅਚਾਨਕ ਆ ਜਿਹੜਾ ਇਹ ਰਿਆਇਤ ਹੈ ਜਿਹੜੀ ਉਹ ਮੁਕਾਈ ਗਈ। ਦੂਜਾ ਇਹਨੂੰ ਏਦਾਂ ਵੇਖਿਆ ਜਾ ਰਿਹਾ ਕਿ ਈਰਾਨ ਜੰਗ ਦੇ ਅਸਰ ਨੇ ਜਿਹੜੇ ਉਹ ਪਾਕਿਸਤਾਨ ਦੇ ਉੱਤੇ ਪਏ ਨੇ ਤੇ ਹੁਣ ਅਚਾਨਕ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਪੈਟਰੋਲ ਤੇ ਡੀਜ਼ਲ ਦਾ ਮੁੱਲ 55 ਰੁਪਏ ਲੀਟਰ ਹੈ ਜਿਹੜਾ ਉਹ ਵਧਾਇਆ ਜਾਂਦਾ ਹੈ। ਪਰਵੀਨ ਪਿਛਲੇ 7 ਦਿਨਾਂ ਦੇ ਵਿੱਚ ਵੇਖੀਏ ਪਹਿਲਾਂ ਤੇ 15 ਦਿਨਾਂ ਬਾਅਦ ਮੁੱਲ ਤੈਅ ਹੁੰਦੇ ਸੀਗੇ ਮੀਟਿੰਗ ਪਿੱਛੇ ਚੱਲਣ ਡਈ ਸੀਗੀ ਰੋਜ਼ ਅਸੀਂ ਖਬਰ ਦੇਣ ਡੇ ਸਾਂ। ਇਹ ਉਹੀ ਕੰਮ ਹੋਇਆ ਕਿ ਪੈਟਰੋਲ ਡੀਜ਼ਲ ਨੂੰ ਜਿਹੜੀ ਉਹ ਅਗਲਾਤੀ ਸਰਕਾਰ ਨੇ ਔਰ ਇਹਦਾ ਸਾਰਾ ਭਾਰ ਆ ਜਿਹੜਾ ਆਮ ਬੰਦੇ ਦੇ ਮੋਢਿਆਂ ਦੇ ਉੱਤੇ ਆਣ ਪਿਆ ਹੈ। ਇਹ 55 ਰੁਪਏ ਦੇ ਵਾਅਦੇ ਤੋਂ ਬਾਅਦ ਇਸ ਵੇਲੇ ਪਾਕਿਸਤਾਨ 'ਚ ਪੈਟਰੋਲ ਦਾ ਜਿਹੜਾ ਰੇਟ ਆ ਉਹ 321 ਰੁਪਏ ਲੀਟਰ ਤੇ ਅਪੜ ਗਿਆ ਆ ਔਰ ਡੀਜ਼ਲ ਆ ਜਿਹੜਾ ਉਹ 325 ਰੁਪਏ ਲੀਟਰ ਤੋਂ ਟੱਪ ਗਿਆ ਹੈ। ਯਾਦ ਰਵੇ ਕਿ ਜਦੋਂ ਸ੍ਰੀਲੰਕਾ ਦੇ ਵਿੱਚ ਬੈਕਆਊਟ ਹੋਇਆ ਸੀਗਾ ਔਰ ਡਿਫਾਲਟ ਕੀਤਾ ਸੀਗਾ ਉਦੋਂ 315 ਰੁਪਏ ਉੱਥੇ ਤੇਲ ਦਾ ਮੁੱਲ ਹੋਇਆ ਸੀਗਾ। ਪਾਕਿਸਤਾਨ 'ਚ ਮਾਮਲੇ ਉਸ ਤੋਂ ਵੀ ਖਤਰਨਾਕ ਹੋਏ ਪਏ। ਈਰਾਨ ਜੰਗ ਦੇ ਇਹ ਹਾਲਾਤ ਨੇ ਜਿਹੜੇ ਜਿੱਥੇ ਅੱਗੇ ਤੇਲ ਹੋਰ ਲੱਭਣ ਦਾ ਚਾਂਸ ਹੈ ਜਿਹੜਾ ਉਹ ਜ਼ਾਹਰ ਹੈ ਰੁਕਾਵਟਾਂ ਆਈਆਂ ਪਈਆਂ। ਦਾਵਾ ਕੀਤਾ ਜਾ ਰਿਹਾ ਸੀ 28 ਮਾਰਚ ਤੱਕ ਤੇਲ ਆ ਜੀ ਉਹ ਸਾਡੇ ਕੋਲ ਪੂਰਾ ਆ ਅਸੀਂ ਸਟਾਕ ਕੀਤਾ ਹੋਇਆ ਆ। ਇਹ ਜਿਹੜੇ ਜ਼ਖੀਰਾ ਅੰਦੋਜ਼ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਉਸ ਤੋਂ ਬਾਅਦ ਪੈਟਰੋਲੀਅਮ ਐਸੋਸੀਏਸ਼ਨ ਵਾਲੇ ਜਿਹੜੇ ਉਹਨਾਂ ਦਾ ਆਖਣਾ ਸੀਗਾ ਕਿ ਜੀ ਪੈਟਰੋਲ ਪੰਪ ਵਾਲੇ ਜ਼ਖੀਰਾ ਨਹੀਂ ਕਰਦੇ ਸਪਲਾਈ ਕੰਪਨੀਆਂ ਜਿਹੜੀਆਂ ਉਹ ਜ਼ਖੀਰਾ ਕਰਦੀਆਂ ਸਰਕਾਰ 'ਚ ਜ਼ੋਰ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ। ਸਾਡੇ ਉੱਤੇ ਕ੍ਰੈਕਡਾਊਨ ਕਿਉਂ ਕਰ ਰਹੇ ਨੇ? ਇਹ ਕ੍ਰੈਕਡਾਊਨ ਇਹ ਕਹਿ ਲਵੋ ਕਿ ਇਹ ਹਜੇ ਖਿੱਚਾ ਤਾਂ ਨਹੀਂ ਚੱਲ ਨਹੀਂ ਰਹੀ ਸੀਗੀ ਕਿ ਉਹਦੇ ਵਿੱਚ ਸਰਕਾਰ ਨੇ ਐਲਾਨ ਰਾਤ ਨੂੰ ਕਰ ਦਿੱਤਾ ਕਿ ਜੀ ਹੁਣ ਇਹ ਪੈਟਰੋਲ ਤੇ ਡੀਜ਼ਲ ਆ ਜਿਹੜਾ ਇਹਦੇ ਮੁੱਲ 'ਚ 55 ਰੁਪਏ ਅਸੀਂ ਵਾਅਦਾ ਕਰਨ ਜਾ ਰਹੇ ਹਾਂ। ਐਕਚੁਅਲ IMF ਦਾ ਵੀ ਦਬਾਅ ਸੀਗਾ। ਈਰਾਨ ਜੰਗ ਆ ਜਿਹੜਾ ਉਹ ਵੀ ਇੱਕ ਗੁਬਾਰ ਬਣਿਆ ਪਿਆ ਸੀਗਾ ਔਰ ਸਰਕਾਰ ਨੇ ਇਹ ਭਾਰ ਚੁੱਕਣ ਤੋਂ ਇਨਕਾਰ ਕਰਦਿਆਂ ਹੋਇਆਂ ਜਾਂ ਕਹਿ ਲਵੋ ਕਿ ਪੈਣ ਤੋਂ ਆਮ ਬੰਦੇ ਤੇ ਮਾਰਿਆ ਜਾਂਦਾ ਤੇ ਮਾਰਿਆ ਜਾਏ ਇਹ ਕੰਮ ਜਿਹੜਾ ਇਹ ਕਰ ਦਿੱਤਾ ਹੈ। ਸੋ ਕਾਰਵਾਈਆਂ ਕੀ ਹੋਣੀਆਂ ਸੀਗੀਆਂ ਇਹ ਹਾਲਾਤ ਜਿਹੜੇ ਹੁਣ ਬਣ ਗਏ ਨੇ ਇਹਦੇ ਨਾਲ ਪੂਰੇ ਪਾਕਿਸਤਾਨ 'ਚ ਮਹਿੰਗਾਈ ਦਾ ਵੀ ਪਰਵੀਨ ਇੱਕ ਹੜ ਆਣਾ ਆ। ਟਰਾਂਸਪੋਰਟੇਸ਼ਨ ਦੇ ਕਿਰਾਏ ਨੇ ਜਿਹੜੇ ਉਹ ਵੀ ਵੱਧ ਜਾਣੇ। ਆਮ ਬੰਦੇ ਦੀ ਬਰਦਾਸ਼ਤ ਹੈ ਜਿਹੜੀ ਸਿਰਫ ਤੇਲ ਨਹੀਂ ਵਧਿਆ ਇਹ ਵੇਖਿਆ ਜੇ ਕਿ ਹੁਣ ਹਰ ਸ਼ੈ ਜਿਹੜੀ ਉਹ ਜਾਂਦੀ ਕਿੱਥੇ ਦੀ ਕਿੱਥੇ। ਜੀ ਪੰਜਾਬ 'ਚ 17 ਨਿੱਕੇ ਡੈਮ ਬਣਾਉਣ ਦਾ ਫੈਸਲਾ ਕੀਤਾ ਗਿਆ। ਮਰੀਮ ਨਵਾਜ਼ ਹੋਰਾਂ ਨੇ ਇਸ ਬਾਰੇ ਕੋਈ ਇਕੱਠ ਵੀ ਕੀਤੇ ਜੀ ਬਿਲਕੁਲ ਇਹ ਆਖਿਆ ਗਿਆ ਹੈ ਕਿ ਡੈਮ ਬਣਾਉਣ ਦੇ ਨਾਲ ਐਸੇ ਥਾਂ ਜਿਹੜੇ ਪਾਣੀ ਦੇ ਲੰਘਣੇ ਸਨ ਜਿਨ੍ਹਾਂ ਨੂੰ ਰੋਕ ਦਿੱਤਾ ਗਿਆ। ਦਰਿਆਵਾਂ ਦੇ ਵਿੱਚ ਹਾਊਸਿੰਗ ਸੁਸਾਇਟੀਆਂ ਬਣਾ ਦਿੱਤੀਆਂ ਗਈਆਂ। ਬਾਕੀ ਸਾਰੇ ਮਾਮਲੇ ਜਿਹੜੇ ਉਹ ਬਣੇ ਉਹਨਾਂ ਨੂੰ ਵੇਖਦੇ ਹੋਏ ਆਖਿਆ ਗਿਆ ਕਿ 17 ਅੱਡੋ ਅੱਡ ਥਾਵਾਂ ਦੇ ਉੱਤੇ ਨਿੱਕੇ ਡੈਮ ਨੇ ਜਿਹੜੇ ਉਹ ਬਣਾਏ ਜਾਣ ਔਰ ਇਹ ਜਿਹੜੇ ਕਹਿ ਲਵੋ ਕਿ ਹਾਊਸਿੰਗ ਸੁਸਾਇਟੀਆਂ ਤੇ ਬਾਕੀ ਸਾਰੇ ਮਾਮਲੇ ਬਣ ਗਏ ਦਰਿਆਵਾਂ ਤੇ ਸਰਕਾਰੀ ਖਾਲਿਆਂ ਤੇ ਨਦੀ ਨਾਲਿਆਂ ਤੇ ਕਬਜ਼ਾ ਕਰਕੇ ਇਹਨਾਂ ਨੂੰ ਪਰਾਂ ਕੀਤਾ ਜਾਏ। ਔਰ ਉਸ ਤੋਂ ਬਾਅਦ ਐਰਕੀ ਵੀ ਕਹਿੰਦੇ ਨੇ ਕਿ ਪਾਕਿਸਤਾਨ ਭਰ ਦੇ ਵਿੱਚ 27% ਵਾਧੂ ਬਾਰਿਸ਼ਾਂ ਮੀਂਹ ਨੇ ਨਾ ਜਿਹੜੇ ਉਹ ਪੈਣੇ ਨੇ ਤੇ ਪਿਛਲੇ ਹੜ੍ਹ ਨੇ ਜਿਹੜੇ ਉਹਨਾਂ ਦਾ ਅਸਰ ਹਜੇ ਮੁੱਕਾ ਨਹੀਂ ਤੇ ਅੱਗੇ ਕਹਿਣ ਦੇ ਨੇ ਕਿ ਐਰਕੀ ਕੰਮ ਇਹ ਖਰਾਬ ਹੋਣੇ ਆ। ਹਜੇ ਗਰਮੀਆਂ ਦੀ ਸ਼ੁਰੂਆਤ ਆ। ਜਦੋਂ ਸੌਣ ਭਾਦਰੋਂ ਬਾਰਿਸ਼ਾਂ ਹੋਣੀਆਂ ਕਹਿੰਦੇ ਨੇ ਕਿ 27% ਵਾਧੂ ਹੋਣਾ ਰੋਡ ਇੱਕ ਵਾਰ ਫੇਰ ਹੋਣਾ ਆ। ਉਹਦੇ ਲਈ ਆਖਿਆ ਗਿਆ ਕਿ 3 ਮਹੀਨਿਆਂ ਦੇ ਅੰਦਰ ਇਹ ਹੋਮਵਰਕ ਜਿਹੜਾ ਪੂਰਾ ਕੀਤਾ ਜਾਏ। ਫਲੱਡ ਜ਼ੋਨਸ ਨੇ ਜਿਹੜੇ ਉਹਨਾਂ ਨੂੰ ਵਿਲਿਆਂ ਕਰਾਇਆ ਜਾਏ। ਆਬੀ ਗੁਜ਼ਰਗਾਹਾਂ ਜਿਹੜੀਆਂ ਉਹਨਾਂ ਤੇ ਗੈਰ ਕਾਨੂੰਨੀ ਜਿਹੜੀਆਂ ਸੁਸਾਇਟੀਆਂ ਜਾਂ ਤਮੀਰਾਂ ਜਾਂ ਜੋ ਛਤਾਵਤਾਂ ਹੋਈਆਂ ਨੇ ਉਹਨਾਂ ਨੂੰ ਢਾਇਆ ਜਾਏ ਵਿਲਿਆਂ ਕਰਾਇਆ ਜਾਏ। ਔਰ ਨਾਲ ਹੀ ਇਹ ਕਿਹਾ ਗਿਆ ਕਿ ਜਿਹੜੇ ਇਹ ਵਿਲਿਆਂ ਨਹੀਂ ਕਰਦੇ ਜਦੋਂ ਰੋਡ ਆਇਆ ਇਹਨਾਂ ਦੇ ਰੋਡ ਦਾ ਜੋ ਨੁਕਸਾਨ ਹੋਏਗਾ ਸਰਕਾਰ ਉਹ ਨੁਕਸਾਨ ਪੂਰਾ ਨਹੀਂ ਕਰੇਗੀ। ਬਿਲਕੁਲ ਇਹਨਾਂ ਨੂੰ ਇਮਦਾਦ ਆ ਜਿਹੜੀ ਉਹਨੇ ਦਿੱਤੀ ਜਾਏਗੀ। 27 ਟਾਈਮ ਨੇ ਜਿਹੜੀ ਉਹਨਾਂ ਆਖਿਆ ਕਿ ਇਹ ਨਿੱਕੇ ਬਣਾਏ ਜਾਣ। ਇਹਦੇ ਬਾਰੇ ਚਨਿਓਰ ਦੇ ਵਿੱਚ ਇੱਕ ਫਿਜ਼ਿਬਿਲਿਟੀ ਹੈ ਜਿਹੜੀ ਉਹ ਬਣਾ ਕੇ ਤਿਆਰ ਕਰਕੇ ਦੇ ਦਿੱਤੀ ਗਈ ਹੈ ਕਿ ਇਹਦੇ ਲਈ ਸਰਕਾਰ ਪੈਸੇ ਦੇਵੇ। ਇਹਨੂੰ ਤਾਂ ਸ਼ੁਰੂ ਵੀ ਕਰ ਲੈਣੇ ਆ।
ਇਹ ਜੀ ਇਨਫਲੇਟੇਬਲ ਜਿਹੜੀ ਡੈਮ ਟੈਕਨੋਲੋਜੀ ਹੈ ਉਹਨੂੰ ਇੰਟਰੋਡਿਊਸ ਕਰਾਉਣ ਜਾ ਰਹੇ ਨੇ। ਇਹਦੇ ਵਿੱਚ ਕਾਲਾ ਬਾਗ, ਸਦਾਈ ਹੈ ਜਿਹੜਾ, ਇਹਨਾਂ ਥਾਵਾਂ ਦੇ ਉੱਤੇ ਵੀ ਪੀਡੀਐਮ ਹੈ ਜਿਹੜੀ ਉਹਦੀ ਰੀਸਟਰਕਚਰਿੰਗ ਹੈ ਜਿਹੜੀ ਉਹ 8 ਨਵੇਂ ਵਿੰਗ ਔਰ ਬਹੁਤ ਸਾਰੇ ਹੋਰ ਮਾਮਲੇ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ। ਔਰ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਗੱਲਾਂ ਬਾਤਾਂ ਹੋਈਆਂ, ਇਹਦੇ ਚ ਆਖਿਆ ਕਿ ਹੜ੍ਹ ਦੇ ਨਾਲ 563 ਕਿਲੋਮੀਟਰ ਔਰ 186 ਰੋਡ, 448 ਪੁਲੀਆਂ ਔਰ ਇੱਕ ਪੁਲ ਜਿਹੜਾ ਇਹ ਟੁੱਟ ਗਏ ਸਨ, ਬੇੜਾ ਗਰਕ ਹੋ ਗਿਆ ਸੀਗਾ ਸਟਰਕਚਰ ਦਾ, ਉਹਨੂੰ ਬਹਾਲ ਕਰ ਦਿੱਤਾ ਗਿਆ। ਅਸਲ ਦੇ ਵਿੱਚ ਇਹਨਾਂ ਡੈਮਾਂ ਦੇ ਪਿੱਛੇ ਇਹ ਹੈ ਕਿ ਇਹ ਜਿਹੜੀਆਂ ਰੁਕਾਵਟਾਂ ਤਾਮੀਰਾਂ ਨੇ ਇਹਨਾਂ ਨੂੰ ਨਾ ਹੋਣ ਦਿੱਤਾ ਜਾਏ ਔਰ ਫਲੱਡ ਦੇ ਨਾਲ ਨੁਕਸਾਨ ਨੂੰ ਆ ਜਿਹੜਾ ਉਹ ਪੰਜਾਬ ਦੇ ਵਿੱਚ ਰੋਕਿਆ ਜਾਏ। ਇਹ ਭਾਰਾ ਕੰਮ ਇੱਕ ਤਾਂ ਸਰਕਾਰ ਕਰਨ ਜਾ ਰਹੀ ਜੀ। ਪੰਜਾਬ ਭਰ 'ਚ ਐਂਟੀ ਡਰੋਨ ਯੂਨਿਟ ਬਣਾ ਦਿੱਤੇ ਗਏ ਨੇ, ਇਹ ਕੀ ਕਰਨਗੇ ਮਸੂਦ? ਇਹਨਾਂ ਦੇ ਕੀ ਕੰਮ ਹੋਣਗੇ? ਅਸਲ 'ਚ ਪੰਜਾਬ ਭਰ ਦੇ ਵਿੱਚ ਡਰੋਨ ਉਡਾਉਣ ਤੇ ਪਹਿਲਾਂ ਹੀ ਪਾਬੰਦੀ ਹੈ ਔਰ ਜੇ ਕਿਸੇ ਦੇ ਕੋਲ ਡਰੋਨ ਹੈ ਤੇ ਉਹਦੀ ਵਜ੍ਹਾ ਕਾਰਨ ਪੱਤਰਕਾਰ ਨੇ ਜਿਹੜੇ ਉਹਨਾਂ ਦੇ ਕੋਲ ਆ ਉਹਦੇ ਲਈ ਪਰਮਿਟ ਦਿੰਦਾ ਆ DGPR ਦਾ ਮਹਿਕਮਾ ਔਰ ਐਕ੍ਰੀਡੇਸ਼ਨ ਕਾਰਡ ਹੋਣਾ ਜ਼ਰੂਰੀ ਹੈ। ਲੰਮਾ ਫੱਡਾ ਉਹਦੇ ਡਰੋਨ ਤੁਸੀਂ ਰੱਖ ਸਕਦੇ ਜੇ, ਉਡਾ ਸਕਦੇ ਜੇ। ਪਰ ਹੁਣ ਇਹ ਐਂਟੀ ਡਰੋਨ ਯੂਨਿਟ ਜਿਹੜਾ ਬਣਾਇਆ ਗਿਆ ਹੈ ਇਹਦਾ ਮਕਸਦ ਔਰ ਐਂਟੀ ਡਰੋਨ ਸਿਸਟਮ, ਇਹਦੇ ਦੋ ਕੰਮ ਨੇ। ਇੱਕ ਤੇ ਇਹ ਕਿ ਇਹਨਾਂ ਨੇ ਨਿਗਰਾਨੀ ਕਰਨੀ ਹੈ ਹਰ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਜਿੰਨੇ ਵੀ 42 ਜ਼ਿਲ੍ਹੇ ਨੇ ਉਹਨਾਂ ਸਾਰਿਆਂ ਦੇ DPO ਨੂੰ ਇਹ ਯੂਨਿਟ ਬਣਾਉਣ ਲਈ ਕਹਿ ਦਿੱਤਾ ਗਿਆ ਹੈ। ਇਹ 24 ਘੰਟੇ ਦੇ ਵਿੱਚ ਇਹ ਡਰੋਨ ਨੇ ਜਿਹੜੇ ਇਹ ਉਹਨਾਂ ਸ਼ਹਿਰਾਂ ਦੇ ਏਰੀਆਜ਼ ਦੇ ਵਿੱਚ ਨਿਗਰਾਨੀ ਹੈ ਜਿਹੜੀ ਉਹ ਕਰਨਗੇ। ਇਸ ਤੋਂ ਅੱਡ KPK ਸੂਬੇ ਦੇ ਵਿੱਚ ਵੇਖ ਲਵੋ ਤੁਸੀਂ ਕਿ ਤਾਲਿਬਾਨ ਕੀ ਕਰਨ ਦੇ ਨੇ, ਥਾਣੇ ਦੇ ਉੱਤੇ, ਚੌਕੀਆਂ ਦੇ ਉੱਤੇ, ਨਾਕਿਆਂ ਦੇ ਉੱਤੇ ਹਮਲੇ ਨੇ ਜਿਹੜੇ ਉਹ ਡਰੋਨ ਦੇ ਨਾਲ ਹੀ ਕੀਤੇ ਜਾ ਰਹੇ ਨੇ ਕਿ ਬਰੂਦਾ ਭਰ ਕੇ ਸੁੱਟਦੇ ਨੇ। ਸੋ ਪੰਜਾਬ ਦੇ ਵਿੱਚ ਇਸ ਯੂਨਿਟ ਨੂੰ ਬਣਾਉਣ ਦਾ ਮਤਲਬ ਇਹ ਹੈ ਕਿ ਜੇ ਕੋਈ ਡਰੋਨ ਉੱਡਣ ਡਿਆ ਹੈ ਤੇ ਉਹਨੂੰ ਵੀ ਮਾਰ ਸੁੱਟਣਾ ਹੈ, ਉਹਨੂੰ ਵੀ ਕਾਬੂ ਆ ਜਿਹੜਾ ਉਹ ਕਰ ਲੈਣਾ ਹੈ। ਤੇ ਇਹ ਮਕਸਦ ਹੈ ਜਿਹੜਾ ਇਹ ਇਹਦਾ ਦੱਸਿਆ ਜਾ ਰਿਹਾ ਔਰ ਇਹਦਾ ਖਲਾਰਾ ਜਿਹੜਾ ਇਹਦਾ ਜਾਲ ਆ ਜਿਹੜਾ ਪੂਰੇ ਪੰਜਾਬ 'ਚ ਵਿਛਾਇਆ ਗਿਆ। ਇਹ ਨਹੀਂ ਕਿ ਜਿਹੜੇ ਵੱਡੇ ਸ਼ਹਿਰ ਨੇ ਉਹ ਨੇ, ਸਭ ਸ਼ਹਿਰ ਨੇ ਇਹਦੇ 'ਚ, ਸਬ ਡਿਵੀਜ਼ਨਾਂ ਨੇ ਜਿਹੜੀਆਂ ਔਰ ਸਾਰੇ ਕਮਿਸ਼ਨਰਸ ਨੇ ਜਿਹੜੇ ਉਹਨਾਂ ਨੂੰ ਇਹ ਇਖਤਿਆਰ ਦੇ ਦਿੱਤਾ ਗਿਆ ਕਿ ਉਹ ਇਹਨਾਂ ਨੂੰ ਐਕਟਿਵ ਕਰਨ। ਜੀ 8 ਵਰਿਆਂ ਬਾਅਦ ਪਾਕਿਸਤਾਨ ਹਾਕੀ ਵਰਲਡ ਕੱਪ ਲਈ ਕੁਆਲੀਫਾਈ ਕਰ ਗਿਆ, ਕੀ ਜਾਣਕਾਰੀ ਇਹ ਜੀ ਕਿ ਉਹੀ ਖਿਡਾਰੀ ਜਿਹੜੇ ਵਿਚਾਰੇ ਆ ਕੇ ਦੱਸਣ ਦੇ ਸੀਗੇ ਆਸਟ੍ਰੇਲੀਆ ਵਾਪਸੀ ਤੋਂ ਕਿ ਸਾਡੇ ਨਾਲ ਟੀਮ ਮੈਨੇਜਮੈਂਟ ਨੇ ਇਹ ਕੀਤਾ, ਕੁਝ ਅਸਤੀਫੇ ਵੀ ਸਾਹਮਣੇ ਆਏ, ਬਹੁਤ ਸਾਰੇ ਪੋਡਕਾਸਟ 'ਚ ਉਹਨਾਂ ਨੇ ਖੁੱਲ ਡੁੱਲ ਕੇ ਦੱਸਿਆ ਵੀ ਕਿ ਅਸੀਂ ਕਿੱਦਾਂ ਉੱਥੇ ਆਪ ਆਲੂ ਭੁੰਨ ਕੇ ਖਾਂਦੇ ਰਹੇ ਔਰ ਸਾਡੇ ਨਾਲ ਸਲੂਕ ਕੀ ਕੀਤਾ ਗਿਆ। ਜਦੋਂ ਭਾਂਡੇ ਧੋ ਕੇ ਤੁਸੀਂ ਖੇਡਣ ਜਾਣਾ ਤੇ ਫਿਰ ਤੁਸੀਂ ਕਿਹੜਾ ਜਿੱਤਣਾ। ਪਰ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਹੁਣ ਜਿਹੜੇ ਉਹਨਾਂ ਨੇ ਸਦਕੇ ਉਹਨਾਂ ਮੁੰਡਿਆਂ ਦੀ ਹਲਾਸ਼ੇਰੀ ਵੀ ਦਿੱਤੀ, ਉਹਨਾਂ ਨੂੰ ਕੋਈ ਪੈਸੇ ਵੀ ਦਿੱਤੇ, ਕੋਈ ਫਾਈਨੈਂਸ਼ੀਅਲ ਇਮਦਾਦ ਦਿੱਤੀ ਔਰ ਇਸ ਵੇਲੇ ਜਾਪਾਨ ਵਰਗੀ ਤਗੜੀ ਟੀਮ ਹੈ ਜਿਹੜੀ ਉਹਨਾਂ ਨੂੰ ਪ੍ਰਵੀਨ 3 ਦੇ ਮੁਕਾਬਲੇ ਜੋ 4 ਗੋਲਾਂ ਤੋਂ ਹਰਾ ਕੇ ਪਾਕਿਸਤਾਨ ਹਾਕੀ ਵਰਲਡ ਕੱਪ ਲਈ ਕੁਆਲੀਫਾਈ ਕਰ ਗਿਆ ਆ। 8 ਵਰਿਆਂ ਬਾਅਦ ਇਹ ਮੌਕਾ ਆਇਆ। ਪਾਕਿਸਤਾਨ ਦਾ ਹਾਕੀ ਦਾ ਖੇਡ ਪਾਕਿਸਤਾਨ ਦੀ ਨੈਸ਼ਨਲ ਗੇਮ ਹੈ, ਨੈਸ਼ਨਲ ਖੇਡ ਹੈ, ਪਰ ਇਸ ਕੌਮੀ ਖੇਡ ਦੀ ਜੋ ਹਾਲਾਤ ਬਣੇ ਪਏ ਨੇ ਉਹ ਮੈਂ ਕਹਿਣ ਡਿਆ ਕਿ ਤੁਸੀਂ ਅਗਰ ਜਿੰਨਾ ਫਰੋਲੀ ਜਾਓਗੇ ਉਹਨਾਂ ਦੁੱਖ ਵੱਧਦਾ ਜਾਏਗਾ। ਪਰ ਪਹਿਲੀ ਵਾਰ ਆਸ ਉਮੀਦ ਹੈ ਜਿਹੜੀ ਉਹ ਜਾਗੀ ਹੈ ਕਿ ਜਾਪਾਨ ਵਰਗੀ ਟੀਮ ਨੂੰ ਕੁਆਲੀਫਾਈਂਗ ਰਾਊਂਡ ਦੇ ਵਿੱਚ ਸੈਮੀਫਾਈਨਲ 'ਚ ਹਰਾ ਕੇ ਪਾਕਿਸਤਾਨ ਨੇ ਕੁਆਲੀਫਾਈ ਕਰ ਲਿਆ ਹੈ ਹਾਕੀ ਵਰਲਡ ਕੱਪ ਵਾਸਤੇ। ਹੁਣ ਆਸਾਂ ਉਮੀਦਾਂ ਇਹ ਨੇ ਕਿ ਸਰਕਾਰ ਵੀ ਹੁਣ ਕੁਝ ਪਿੱਛੇ ਖਲੋਵੇ, ਕੋਈ ਉਹਨਾਂ ਦੇ ਖੁਰਾਕ ਅਲ ਬਾਕੀ ਸਟਰਕਚਰ ਹੈ ਜਿਹੜਾ ਉਹ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਅਲ ਤਵੱਜੋ ਦੇਵੇ ਔਰ ਉਸ ਤੋਂ ਬਾਅਦ ਮੁੰਡੇ ਨੇ ਜਿਹੜੇ ਉਹ ਵੀ ਖੇਡ ਦੇ ਨਾਲ ਆਪਣਾ ਆਪ ਜਿਹੜਾ ਉਹ ਮਨਵਾਨ। ਇਹ ਤਾਂ ਪਤਾ ਲੱਗਿਆ ਹਾਲਾਤ ਮਾੜੇ ਚੰਗੇ ਹੈ ਨੇ, ਸਭ ਕੁਝ ਹੈ। ਚੰਗੇ ਹਾਲਾਤ ਵੀ ਹੋਣ ਤੇ ਕੰਡੀਸ਼ਨਸ ਆਈਡੀਅਲ ਨਹੀਂ ਹੁੰਦੀਆਂ, ਚੈਲੰਜਸ ਜ਼ਰੂਰ ਹੁੰਦੇ ਨੇ, ਪਰ ਇਹ ਇਸ ਵੇਲੇ ਇੱਕ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨੀ ਹਾਕੀ ਟੀਮ ਹੈ ਜਿਹੜੀ ਉਹ 8 ਵਰਿਆਂ ਬਾਅਦ ਹੀ ਕਮ ਸੇ ਕਮ ਹਾਕੀ ਵਰਲਡ ਕੱਪ ਦੀਆਂ ਗਰਾਊਂਡਾਂ ਦੇ ਵਿੱਚ ਮੈਚਾਂ ਦੇ ਵਿੱਚ ਖੇਡਦੀ ਨਜ਼ਰ ਆਏਗੀ। ਜੀ ਪਾਕਿਸਤਾਨੀ ਤੇਜ਼ ਗੇਂਦਬਾਜ਼ ਸਲਮਾਨ ਮਿਰਜ਼ਾ ਤੇ ਹਰਾਸਾਨੀ ਦਾ ਇਲਜ਼ਾਮ ਲੱਗਾ ਹੈ। ਕ੍ਰਿਕਟ ਬੋਰਡ ਤੇ ਬਾਲਰ ਵੱਲੋਂ ਪੱਤਰਕਾਰ ਕੋਲੋਂ ਮਾਫੀ ਮੰਗਣ ਦੀ ਵੀ ਖਬਰ ਸਾਹਮਣੇ ਆਈ ਹੈ, ਕੀ ਜਾਣਕਾਰੀ? ਪਾਕਿਸਤਾਨ ਕ੍ਰਿਕਟ ਬੋਰਡ ਨੇ ਸਟੈਂਡ ਲੈ ਲਿਆ ਹੈ ਜੀ ਬਕਾਇਦਾ ਤੌਰ ਤੇ ਇਸ ਸਟੋਰੀ ਦੇ ਉੱਤੇ। ARY ਨਿਊਜ਼ ਆ ਪਾਕਿਸਤਾਨ ਦਾ ਟੀਵੀ ਚੈਨਲ ਔਰ ਉਹਨਾਂ ਦੇ ਸਪੋਰਟਸ ਪੱਤਰਕਾਰ ਨੇ, ਬੜੇ ਸੀਨੀਅਰ ਪੱਤਰਕਾਰ, ਪਿਛਲੇ ਕੋਈ 20 ਸਾਲਾਂ ਤੋਂ ਉਹ ARY ਦੇ ਨਾਲ ਨੇ। ਸ਼ਾਹਦ ਹਾਸ਼ਮੀ ਉਹਨਾਂ ਨੇ ਇਹ ਖਬਰ ਦਿੱਤੀ ਸੀ ਜਿਹੜੇ ਆ ਵੀ ਸ੍ਰੀਲੰਕਾ ਨੇ। ਸ੍ਰੀਲੰਕਾ 'ਚ ਕਹਿੰਦੇ ਨੇ ਕਿ ਖੇਡ ਤੋਂ ਬਾਅਦ ਜਿਹੜੇ ਹੋਟਲ 'ਚ ਪਾਕਿਸਤਾਨੀ ਕ੍ਰਿਕਟ ਟੀਮ ਠਹਿਰੀ ਸੀਗੀ, ਇਹ ਮਿਰਜ਼ਾ ਸਾਹਿਬ ਨੇ ਜਿਹੜੇ ਇਹਨਾਂ ਦੇ ਬਾਰੇ ਉੱਥੇ ਸ਼ਿਕਾਇਤ ਹੋਟਲ ਦੀ ਇੱਕ ਬੀਬੀ ਨੇ ਕੀਤੀ ਕਿ ਇਹਨਾਂ ਨੇ ਮਿਰਜ਼ਾ ਸਲਮਾਨ ਮਿਰਜ਼ਾ ਨੇ ਛੇੜਛਾੜ ਜਿਹੜੀ ਉਹ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਦੇ ਪੱਤਰਕਾਰ ਨੇ ਇਹ ਰਿਪੋਰਟ ਕੀਤੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਜੀ ਤੁਸੀਂ ਇਹ ਖਬਰ ਹੈ ਜਿਹੜੀ ਇਹਦੇ ਤੇ ਮਾਫੀ ਮੰਗੋ, ਇਹ ਗਲਤ ਖਬਰ ਤੁਸੀਂ ਜਿਹੜੀ ਇਹ ਕੋਟ ਕੀਤੀ ਹੈ, ਮੁਲਕ ਨੂੰ ਔਰ ਟੀਮ ਨੂੰ ਔਰ ਖਿਡਾਰੀਆਂ ਨੂੰ ਬਦਨਾਮ ਕੀਤਾ ਹੈ ਤੁਸੀਂ ਔਰ ਇਹ ਮਾਮਲਾ ਕੀਤਾ ਲੰਬਾ ਕੰਮ ਹੋ ਗਿਆ। ARY ਵੇਰ ਗਿਆ। ਉਹਨਾਂ ਕਿ ਜੀ ਨਾ ਤੇ ਅਸੀਂ ਮਾਫੀ ਮੰਗਣੀ ਨਾ ਅਸੀਂ ਖਬਰ ਤੋਂ ਪਰਾਂ ਹੋਣਾ, ਅਸੀਂ ਖਬਰ ਤੇ ਵੀ ਡਟੇ ਆ, ਸਾਡਾ ਪੱਤਰਕਾਰ ਵੀ ਖਲੋਤਾ ਤੇ ਜੇ ਮਾਫੀ ਨਹੀਂ ਮੰਗਦੇ ਤੁਸੀਂ। ਫਿਰ ਉਸ ਤੋਂ ਬਾਅਦ BBC ਨੇ ਇਹਦੇ ਤੇ ਥੋੜਾ ਜਿਹਾ ਕਹਿ ਲਵੋ ਕਿ ਤਬਸਰਾ ਕੀਤਾ, ਪੁੱਛਣ ਹੋਈ ਤੇ ਚੈਨਲ ਦਾ ਇਹ ਆਖਣਾ ਹੈ ਕਿ ਕਿਸੇ ਵੀ ਖਬਰ ਨੂੰ ਫਰੇਮ ਕਰਨ ਤੋਂ ਪਹਿਲਾਂ ਉਹਦੇ 2 ਸੋਰਸ ਹੋਣਾ ਜ਼ਰੂਰੀ ਨੇ। ਸਾਡੇ ਕੋਲ 2 ਸੋਰਸ ਮੌਜੂਦ ਨੇ, ਇੱਕ ਸ੍ਰੀਲੰਕਾ ਤੋਂ ਸਾਡਾ ਸੋਰਸ ਆ ਔਰ ਇੱਕ ਪਾਕਿਸਤਾਨ ਤੋਂ। ਸੋ ਅਸੀਂ ਆਪਣੇ ਸੋਰਸਿਸ ਦੇ ਉੱਤੇ ਰਿਲਾਈ ਕਰ ਰਹੇ ਹਾਂ। ਸੋਰਸਿਸ ਕੀ ਨੇ? ਪੱਤਰਕਾਰ ਕਦੀ ਆਪਣਾ ਸੋਰਸ ਹੈ ਜਿਹੜਾ ਉਹ ਨਹੀਂ ਦੱਸਦਾ। ਸੋ ਇਸ ਕਰਕੇ ਇਹ ਜਿਹੜੇ ਮਾਮਲੇ ਹੈ ਨੇ ਇਹਨਾਂ ਦੇ ਉੱਤੇ ਮਾਫੀ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਇਹ ਸਲਮਾਨ ਮਿਰਜ਼ਾ ਹੁਣ ਨੇ ਜਿਹੜੇ ਉਹ ਕਹਿੰਦੇ ਨੇ ਕਿ ਮੈਂ ਇਸ ਪੱਤਰਕਾਰ ਸ਼ਾਹਦ ਹਾਸ਼ਮੀ ਦੇ ਉੱਤੇ ਸੂ ਕਰਨਾ ਹੈ
ਹੱਥ ਕੇ ਇੱਜ਼ਤ ਦਾ ਦਾਵਾ ਕਰਨਾ ਹੈ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਕੰਮ ਚੱਲਣ ਡੇ ਨੇ। ਪਰ ਸ੍ਰੀਲੰਕਾ ਤੋਂ ਜਿਹੜੇ ਜ਼ਰੀਏ ਨੇ ਸਰਕਾਰੀ ਪੱਧਰ ਤੇ ਉਹਨਾਂ ਦੀ ਤਸਦੀਕ ਨਹੀਂ ਕੀਤੀ ਜਾ ਰਹੀ। ਉਸ ਟਾਈਮ ਕਹਿੰਦੇ ਨੇ ਕਿ ਇੱਕ ਕਮੇਟੀ ਉੱਥੇ ਖਿਡਾਰੀਆਂ ਦੇ ਨਾਲ ਪੂਰੀ ਇੱਕ ਕਮੇਟੀ ਗਈ ਹੁੰਦੀ ਹੈ ਜਿਹੜੀ ਜਾਂਚ ਕਰਦੀ ਕਿੱਧਰ ਜਾ ਰਹੇ, ਕਿੱਧਰ ਆ ਰਹੇ, ਹਰਕਤਾਂ ਕੀ ਇਹਨਾਂ ਦੀਆਂ, ਰਾਤ ਨੂੰ ਟਾਈਮ ਸਿਰ ਸੁਣਦੇ ਨੇ, ਪ੍ਰੈਕਟਿਸ ਕੀਤੀ ਹੈ ਜਾਂ ਨਹੀਂ। ਉਹਨਾਂ ਨੇ ਜਦੋਂ ਪੁੱਛਣ ਕੀਤੀ ਤੇ ਸਲਮਾਨ ਮਿਰਜ਼ਾ ਹੋਣੇ ਨੇ ਜਿਹੜੇ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਕੋਈ ਮਸਲਾ ਹੈ ਸੀ। ਉਸ ਤੋਂ ਬਾਅਦ ਕ੍ਰਿਕਟ ਬੋਰਡ ਨੇ ਆਪਣੇ ਵੱਲੋਂ ਇਹਨੂੰ ਮਲਬੇ ਨੂੰ ਠੱਪਿਆ, ਪਰ ਖਬਰ ਨਿਕਲ ਆਈ। ਹੁਣ ਖਬਰ ਆ ਜਿਹੜੀ ਇਹ ਜਿੰਨਾ ਇਹਦੇ ਤੇ ਗਾਂ ਵਧਣਗੇ ਉਹਨੇ ਜਿਹਨੂੰ ਕਹਿੰਦੇ ਨੇ ਕਿ ਖਿੱਦੋ ਫਰੋਲੀ ਜਾਣੀ ਹੈ, ਉਹਨੇ ਮਾਮਲੇ ਨੇ ਜਿਹੜੇ ਚਰਚੇਯੋਗ ਬਣਨਗੇ। ਪਰ ਫਿਲਹਾਲ ਸਲਮਾਨ ਮਿਰਜ਼ਾ ਦੇ ਨਾਲ ਖਲੋਤਾ ਹੈ ਕ੍ਰਿਕਟ ਬੋਰਡ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਦੋਂ ਮਾਮਲਾ ਝੂਠਾ ਪੈਣਾ ਸ਼ੁਰੂ ਹੋਇਆ ਤੇ ਫਿਰ ਵੇਖੋ ਕੀ ਪੈਂਦਾ। ਐਨ ਮੁਮਕਿਨ ਹੈ ਕਿ ਸਲਮਾਨ ਮਿਰਜ਼ਾ ਹੋਣੇ ਨੇ ਜਿਹੜੇ ਉਹ ਸੱਚ ਹੋਣ, ਪਰ ਇਸ ਵੇਲੇ ਤੱਕ ARY TV ਔਰ ਉਹਨਾਂ ਦੇ ਪੱਤਰਕਾਰ ਨੇ ਸਟੈਂਡ ਲਿਆ, ਉਹਨਾਂ ਕਿ ਅਸੀਂ ਮਾਫੀ ਨਹੀਂ ਮੰਗਣੀ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ ਪੰਜਾਬੀ TV USA ਦੇ TikTok ਦੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਹਾਂ, ਮੰਡੇ ਟੂ ਫਰਾਈਡੇ। ਤੇ ਜੇ ਤੁਸੀਂ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ, ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।